सतਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਸ੍ਰੀ ਰਾਗ ਦੇ ਗੁਰੂ ਭਾਗਵਤ ਰਾਗ ਸੇ ਮਹਾਰਾਜ ਦੀ ਰਚਨਾ ਨੂੰ ਉਚਾਰ ਹੋਇਆ ਇਹ ਪਾਵਨ ਸ਼ਬਦ ਹੈ। ਸੁਣੀ ਦੇਹ ਡਰਾਵਣੀ ਚਾਹੀਓ ਵਿੱਚ ਹੋ ਜਾਏ। ਸਤਿਗੁਰੂ ਕਹਿੰਦੇ ਜਦੋਂ ਸਰੀਰ ਚੋਂ ਜਿੰਦ ਨਿਕਲ ਜਾਂਦੀ ਹੈ ਨਾ ਕਿ ਇਹ ਜਿਹੜੀ ਇਹ ਡਰਾਉਣੀ ਲੱਗਦੀ ਹੈ। ਸੱਚ ਹੈ, ਰੱਬ ਬਦਲ ਜਾਂਦਾ ਬੋਡੀ ਦਾ ਜਦੋਂ ਵਿੱਚੋਂ ਰੂਹ ਨਿਕਲਦੀ ਹੈ। ਸੁਣੀ ਦੇਹ ਡਰਾਵਣੀ ਜਿਉਂਦਿਆਂ ਬੰਦਾ ਮਨੁੱਖ ਦੇ ਨਾਲ ਬੜੀ ਸਾਂਝ ਰੱਖਦਾ ਹੈ। ਅਸੀਂ ਪਰਿਵਾਰ ਦੇ ਮੈਂਬਰ ਹੈ, ਇੱਕ ਜਗ੍ਹਾ 'ਤੇ ਰਹਿੰਦੇ ਹਾਂ। ਔਰ ਜਦੋਂ ਕੋਈ ਸਰੀਰ ਚੜ੍ਹਾਈ ਕਰਦਾ ਕਦੇ ਕੋਈ ਲਾਸ਼ ਦੇ ਨਾਲ ਇੱਕ ਬੰਦਾ ਲੱਗਦਾ ਉਹ ਬੜਾ ਉੱਥੇ ਡਰ ਤੇ ਸਹਿਮ ਬਣ ਜਾਂਦਾ ਹੈ। ਹਾਲਾਂਕਿ ਹੈ ਕੁਝ ਵੀ ਨਹੀਂ, ਬੋਡੀ ਪਈ ਹੈ, ਮੂੰਹ ਵਿੱਚੋਂ ਨਿਕਲ ਗਈ, ਹੋਣਾ ਕੁਝ ਵੀ ਨਹੀਂ, ਡਰਨ ਦੀ ਲੋੜ ਨਹੀਂ ਹੈ, ਪਰ ਫਿਰ ਵੀ ਮਨੁੱਖ ਡਰਦਾ ਹੈ। ਆਪਾਂ ਸਾਰੇ ਹੀ ਦੇਖਦੇ ਹਾਂ ਕਿਸੇ ਦੀ ਡੈਡ ਬੋਡੀ ਪਈ ਹੋਵੇ ਤੇ ਵੇਖ ਕੇ ਸਾਨੂੰ ਬੜਾ ਦੁੱਖ ਵੀ ਲੱਗਦਾ ਹੈ। ਉਹ ਰਾਤ ਨੂੰ ਜੇ ਕਿਸੇ ਨੇ ਇਸ਼ਨਾਨ ਕਰਵਾਇਆ, ਕਿਸੇ ਬੋਡੀ ਦਾ ਕੱਪੜੇ ਬਦਲਾਏ ਤੇ ਉਹ ਆਪ ਇਸ਼ਨਾਨ ਕਰਦਾ ਫਿਰਦਾ ਹੈ। ਮਰਦ ਕਹਿੰਦੇ ਬੰਦਿਆਂ ਚੁੱਕਣ ਤੇਰੇ ਅੰਦਰੋਂ ਜਿੰਦ ਨਿਕਲਦੀ ਨਾ ਕਿ ਦੇਹ ਦੀ ਸੁੰਨੀ ਹੋ ਜਾਂਦੀ ਹੈ ਤੇ ਡਰਾਉਣੀ ਲੱਗਦੀ ਹੈ। ਕਈ ਵਾਰੀ ਮੁਰਦੇ ਦੇ ਸਵਾਸ ਅੱਖਾਂ ਵਿੱਚ ਵੀ ਨਿਕਲਦੇ, ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਕਿਸੇ ਦਾ ਐਕਸੀਡੈਂਟ ਹੁੰਦੇ ਬੋਡੀ ਪੂਰੀ ਤਰ੍ਹਾਂ ਭੰਨ ਤੋੜ ਜਾਂਦੀ ਹੈ। ਮੌਤ ਬਾਬਾ ਫਰੀਦ ਜੀ ਕਹਿੰਦੇ ਹੈ ਵੀ ਜਦੋਂ ਉਹ ਮੌਤ ਦਾ ਫਰਿਸ਼ਤਾ ਆਉਂਦਾ ਹੈ ਤਾਂ ਉਹਨੇ ਕਿਸ ਤਰ੍ਹਾਂ ਜਿੰਦ ਕੱਢਣੀ। ਜਿੰਦ ਨੇ ਪਾਣੀ ਕੱਢੀ ਹੈ, ਹੱਡਾਂ ਨੂੰ ਕੜਕਾਏ, ਸਾਹੇ ਲਿਖੇ ਨਾ ਚੱਲਣੀ, ਜਿੰਦੂ ਨੂੰ ਸਮਝਾਏ। ਜਿੰਦ ਨੂੰ ਸਮਝਾ ਲੈਣਾ ਚਾਹੀਦਾ ਕਿ ਰੱਬ ਨੇ ਜੋ ਲਿਖਿਆ ਉਹ ਕਰਨ ਵਾਲਾ ਨਹੀਂ ਹੈ। ਇਹ ਜਿੰਦ ਕੱਢਣ ਵਾਸਤੇ ਕਈ ਵਾਰੀ ਮੌਤ ਸਰੀਰ ਦੀ ਭਾਲ ਕਰਦੀ ਹੈ ਤੇ ਸੁਣੀ ਦੇ ਫਿਰ ਡਰਾਉਣੀ ਲੱਗਦੀ ਹੈ। ਜਾਂ ਜੀਵ ਵਿੱਚੋਂ ਜਾਏ ਜਿੰਦ ਨਿਕਲਦੇ ਉਸ ਬੋਡੀ ਤੋਂ ਸਾਰੇ ਡਰਦੇ ਹਨ। ਜਿਹੜੀ ਭਾਰੀ ਬੁਲੰਦੀ ਬਿਜਲੀ ਦਰ ਤੇ ਪੁੱਜ ਗਈ, ਅੰਦਰ ਬਲ ਰਹੀ ਸੀ ਅੱਗ, ਅੱਗ ਦਾ ਜੋਤ ਹੈ। ਬਚਨ ਬਹੁਤ ਮੇਰੇ ਬੜੇ ਦਾ ਸਾਹਮਣਾ ਹੈ, ਜੋਤ ਜੋਤ ਹੈ ਮੇਰੇ ਸੂਰਜ ਦਿਸਦਾ, ਚਾਨਣ ਸਤੰਭ ਹੈ। ਚਾਨਣ ਸਾਡੀਆਂ ਅੱਖਾਂ 'ਚ ਰੋਸ਼ਨੀ ਤਾਂ ਆ ਵੀ ਅੰਦਰ ਜੋਤ ਜਗ ਰਹੀ ਹੈ। ਸਾਡੇ ਕੰਨ ਤਾਂ ਸੁਣ ਰਹੇ ਨੇ, ਅੰਦਰ ਜੋਤ ਜਗ ਰਹੀ ਹੈ। ਅਸੀਂ ਚਾਰ ਚੱਲ ਰਹੇ ਹਾਂ, ਸਾਡੇ ਅੰਦਰ ਜੋਤ ਜਗਦੀ, ਉਹ ਇੱਕ ਐਨਰਜੀ ਹੈ ਜੋਤ। ਤੇ ਜਦੋਂ ਬੁੱਝ ਜਾਂਦੀ ਹੈ ਫਿਰ ਨਾ ਤੇ ਅੱਖਾਂ ਹੀ ਖੋਲ੍ਹੀਆਂ ਫਿਰਦੀਆਂ, ਨਾ ਕੰਨ ਸੁਣਦੇ ਹੈ, ਨਾ ਅਸੀਂ ਬੋਲ ਸਕਦੇ ਹਾਂ, ਨਾ ਤੁਰ ਫਿਰ ਸਕਦੇ ਹਾਂ। ਮਰਦ ਕਹਿੰਦੇ ਜਿਹੜੀ ਉਹ ਜੋਤ ਅੰਦਰ ਜਗ ਰਹੀ ਸੀ, ਭਾਏ ਬੁਲੰਦੀ ਬਿਜਲੀ, ਉਹ ਜੋਤ ਜਿਹੜੀ ਹੁਣ ਬੁਝ ਗਈ ਹੈ। ਧੂਆਂ ਅੱਗ ਬਲਦੀ ਹੀ ਧੂਆਂ ਨਿਕਲਦਾ ਸੀ, ਅੱਗ ਬੁਝ ਗਈ, ਧੂਆਂ ਵੀ ਖਤਮ ਹੋ ਗਿਆ। ਇਹਦੇ ਧੂਏ ਦਾ ਤਾਂ ਸਵਾਸ ਹੈ। ਭਾਹੀ ਬੁਲੰਦੀ ਬਿਜਲੀ ਧੂ ਨਾ ਨਿਕਸਿਓ ਕਾਏ। ਕਹਿੰਦੇ ਹੁਣ ਕੋਈ ਸਵਾਸ ਨਹੀਂ ਦਿਸਦਾ ਆਉਂਦਾ ਜਾਂਦਾ। ਦਿਲ ਧੜਕਦਾ ਹੀ ਬੰਦ ਹੋ ਗਿਆ, ਨਬਜ਼ ਰੁਕ ਗਈ ਹੈ, ਅੱਖਾਂ ਰੁਕ ਗਈਆਂ। ਮਰਦ ਕਹਿੰਦੇ ਹੁਣ ਸਵਾਸ ਨਹੀਂ ਆਉਂਦਾ, ਧੂਆਂ ਦਾ ਤਾਂ ਸਵਾਸ ਹੈ। ਅੱਗ ਬਲਦੀ ਹੀ ਤੇ ਧੂਆਂ ਨਿਕਲਦਾ ਸੀ, ਅੱਗ ਬੁਝ ਗਈ, ਜੋਤ ਵਿੱਚੋਂ ਨਿਕਲ ਕੇ ਭਾਈ ਉਹ ਸਵਾਸ ਰੁਕ ਗਿਆ। ਜਿਹੜੇ ਪੰਜ ਇੰਦਰੇ ਨੇ ਸਾਡੇ ਅੱਗ ਤੱਕ, ਉਹ ਸਾਰੇ ਕਹਿੰਦੇ ਦੁੱਖ ਭਰੇ, ਦੁਖੀ ਹੋ ਗਏ ਕਿਉਂਕਿ ਸ਼ਾਂਤ ਹੋਣਾ ਪਿਆ ਉਹਨਾਂ ਜੀ।
ਬਿਨਸੇ ਦੂਜਾ ਪਾਏ। ਉਹ ਦੂਜੇ ਭਾਅ 'ਚ ਬਿਨਸਦੇ ਹਨ। ਅਸੀਂ ਕੰਨਾਂ ਨਾਲ ਚੁਗਲੀ ਨਿੰਦਿਆ ਸੁਣਦੇ ਹਾਂ, ਰਸਨਾ ਤੋਂ ਚੰਗਾ ਪਾੜਾ ਬੋਲਦੇ ਹਾਂ, ਜੀਭਾ ਸਾਡੀ ਉਹ ਸਵਾਦ ਚੱਕਦੀ ਸੀ, ਸਾਰਾ ਕੁਝ ਰੁਕ ਗਿਆ ਨਾ ਹੋਣਾ। ਉਹ ਦੂਜੇ ਭਾਗ ਨਾਲ ਜੁੜੇ ਸਨ, ਰਸ ਨਾਲ ਜੁੜੇ ਹਨ, ਤੇ ਇੰਦਰੇ ਹੁਣ ਸ਼ਾਂਤ ਹੋ ਗਏ। ਉਹਨੇ ਦੁੱਖ ਲੱਗਾ ਉਹਨਾਂ ਨੂੰ ਇਹ ਗੱਲ ਦਾ। ਜਾਣ ਵਾਲੇ ਨੂੰ ਦੁੱਖ ਨਹੀਂ। ਦੇਖੋ, ਇੱਕ ਸਰੀਰ ਦੀ ਮੌਤ ਹੁੰਦੀ ਤੇ ਕਿੰਨੇ ਜੀਵਾਂ ਨੂੰ ਦੁੱਖ ਹੁੰਦਾ, ਕਿੰਨੇ ਉਹਦੇ ਨਾਲ ਜੁੜੇ ਹੁੰਦੇ ਆ। ਇੰਦਰੇ ਵੀ ਦੁਖੀ ਹੁੰਦੇ। ਅਸਲੀ ਪਰਿਵਾਰ ਸਾਡੇ ਇੰਦਰੇ ਹੀ ਹੈ ਸਾਡਾ, ਦੂਸਰਾ ਪਰਿਵਾਰ ਉਹ ਵੀ ਰੋਂਦਾ ਹੈ। ਇੱਕ ਸਰੀਰ ਚਲਾ ਜਾਂਦਾ ਹੈ, ਅਨੇਕਾਂ ਨੂੰ ਕੋਈ ਕਹੇ ਕਿ ਉਸ ਬੋਡੀ ਨੂੰ ਯਾਦ ਕਰਦਾ ਹੈ, ਮੇਰੇ ਮਾਮਾ ਜੀ ਲੱਗਦੇ ਹਨ, ਕੋਈ ਕਹਿੰਦਾ ਮੇਰੇ ਫੁੱਫੜ ਜੀ ਲੱਗਦੇ ਹਨ, ਕਿਸੇ ਦਾ ਬਾਪ ਸੀ, ਕਿਸੇ ਦਾ ਚਾਚਾ ਸੀ, ਕਿਸੇ ਦਾ ਤਾਇਆ ਸੀ, ਸਾਰੇ ਦੁਖੀ ਹੋ ਗਏ ਕਿ ਸਾਡਾ ਫਲਾਣਾ ਟੁੱਟ ਗਿਆ। ਮਰਜ਼ ਕਹਿੰਦੇ ਜਦੋਂ ਉਹ ਜਿੰਦ ਨਿਕਲ ਜਾਂਦੀ ਹੈ, ਫਿਰ ਇਹ ਇੰਦਰੇ ਜਿਹੜੇ ਬੜੇ ਦੁਖੀ ਹੋ ਜਾਂਦੇ ਆ, ਕਿਉਂਕਿ ਖਵਾਰ ਹੋ ਰਹੇ ਹਨ। ਬਿਨਸੇ ਦੂਜੇ ਭਾਅ ਨਾਲ ਹੁੰਦੇ ਹਨ। ਉਹ ਇੰਦਰੇ ਜਿਹੜੇ ਫਿਰ ਰਾਗ ਕਰਦੇ ਅਖਲਦੇ ਨੇ, ਦੁੱਖ ਨਾਲ ਭਰੇ ਗਏ। ਬੂੜੇ ਰਾਮ ਜਪੁ ਗੁਣ ਸਾਰ। ਮਹਾਰਾਜ ਕਹਿੰਦੇ ਬੂੜੇ ਦਰਦ ਦਾ ਮੂਰਖਾ, ਇਹ ਮੂਰਖ ਰਾਮ ਜਪੋ ਗੁਣ ਸਾਰ। ਰਾਮ ਨੂੰ ਜਪੋ ਤੇ ਗੁਣਾਂ ਦੀ ਸੰਭਾਲ ਕਰੋ। ਅਸੀਂ ਗੁਰਦੁਆਰੇ ਵੈਸੇ ਦੋ ਕਰਮ ਕਰਦੇ ਆਉਂਦੇ ਹਾਂ, ਇੱਕ ਤੇ ਰਾਮ ਜਪੀਏ ਤੇ ਦੂਸਰਾ ਸਾਡਾ ਜਿਹੜਾ ਕਰਮ ਹੈ ਉਹ ਚੰਗੇ ਗੁਣ ਗੁਰੂ ਸਾਹਿਬ ਤੋਂ ਆਪਾਂ ਧਾਰਨ ਕਰਦੇ। ਦੋ ਕਾਰਜ ਹੀ ਕਰਦੇ ਆ, ਜਪਦੇ ਵੀ ਹੈ ਬੈਠ ਕੇ, ਔਰ ਗੁਣ ਸਾਰ ਗੁਣਾਂ ਨੂੰ ਵੀ ਅਸੀਂ ਧਾਰਨ ਕਰਦੇ ਆ। ਤੇ ਮਹਾਰਾਜ ਕਹਿੰਦੇ ਮੂਰਖਾ ਕਰਨ ਵੀ ਕੋਈ ਇਹੀ ਹੈ। ਤੇ ਜਿਹੜੇ ਨਹੀਂ ਜਪਦੇ ਮਹਾਰਾਜ ਨੇ ਉਹਨਾਂ ਨੂੰ ਸਰਿਆ ਵੀ ਕਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਬੀਤ ਜਹ ਜਨਮ ਆਕਾਜ ਦੀ ਨਿਸ ਦਿਨ ਸੁਣ ਕੇ ਪ੍ਰਾਣ, ਸਮਝਤ ਨਹਿ ਰੇ ਅਜਾਨ ਕਾਲ ਤੋਂ ਪਹੁੰਚੀ ਵਾਣ ਕਹਾਂ ਜਹ, ਭਾਜ ਨੇ ਅਸਥਿਤ ਜੋ ਮਾਨਿਓ ਦੇ, ਸੋ ਤੋ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇਹ ਮੂਰਖ, ਨਿਲਾਜ ਬਿਸ਼ਰਮ ਕਹਿੰਦੇ। ਇੱਕ ਵਾਰੀ ਕਈ ਵਾਰੀ ਬਾਪ ਆਪਣੇ ਪੁੱਤ ਵਾਸਤੇ ਇਹ ਸ਼ਬਦ ਵਰਤ ਦਿੰਦਾ ਹੈ ਵੀ ਬੇਸ਼ਰਮਾ ਜਾਂ ਮੂਰਖਾ ਵੀ ਤੈਨੂੰ ਸਮਝ ਨਹੀਂ ਆਉਂਦੀ ਹੈ। ਸਾਡੇ ਗੁਰੂ ਨੇ ਇਹ ਸ਼ਬਦ ਸਾਨੂੰ ਸਮਝਾਉਣ ਵਾਸਤੇ ਵਰਤੇ। ਮਹਾਰਾਜ ਕਹਿੰਦੇ ਬੂੜੇ ਰਾਮ ਜਪੂ ਗੁਣ ਸਾਰ। ਮੂਰਖਾ ਨੂੰ ਨਾਮ ਜਪਣਾ ਹੈ, ਗੁਣ ਧਾਰਨ ਕਰਨਾ ਹੈ। ਨਾਮ ਜਪਿਆ ਕਰ, ਸੰਗਤ 'ਚ ਬੈਠ ਕੇ ਗੁਰੂ ਦਾ ਸੰਗ ਕਰਕੇ ਚੰਗੇ ਗੁਣ ਸਿੱਖ ਲੈਣਾ ਕਰ। ਮਮਤਾ ਜਿਹੜੀ ਨੂੰ ਸਾਨੂੰ ਬੜੀ ਪਿਆਰੀ ਲੱਗਦੀ ਹੈ। ਸਾਰੀ ਲੁਕਾਈ ਜਿਹੜੀ ਹੈ ਦੁਨੀਆ ਠੱਗੀ ਗਈ ਅਹੰਕਾਰ ਦੇ ਅੰਦਰ। ਤੁਹਾਨੂੰ ਇਹ ਚੀਜ਼ਾਂ ਹਰੇਕ ਬੰਦੇ 'ਚ ਤਕਰੀਬਨ ਨਜ਼ਰ ਆਉਂਦੀਆਂ। ਹਉਮੈ ਵੀ ਬੰਦਾ ਸ਼ਿਕਾਰ ਹੋ ਜਾਂਦਾ ਆਪਣੇ ਦਾ। ਮਮਤਾ ਵੀ ਹੈ, ਪਰਿਵਾਰ ਦੇ ਬੋਝ ਵੀ ਫਸੇ ਹੈ। ਮੋਹਣੀ ਇਹ ਮਮਤਾ ਬੋਝ ਰਹੀ ਹੈ। ਸਭ ਕੁਝ ਸਾਰੀ ਸ੍ਰਿਸ਼ਟੀ ਜਿਹੜੀ ਹੈ ਲੁਕਾਈ ਹੈ। ਅਹੰਕਾਰ ਦੀ ਠੱਗੀ ਹੋਈ ਹੈ। ਇਹ ਔਗਣ ਨੇ ਸਾਡੇ ਅੰਦਰ ਜੀ ਵੀ ਐਵੇਂ ਬਿਨਾਂ ਗੱਲ ਤੋਂ ਕਿ ਸਰੀਰ ਦਾ ਘਾਤ, ਧਨ ਦਾ, ਜ਼ਮੀਨ ਜਾਇਦਾਦ ਦਾ। ਮਹਾਰਾਜ ਕਹਿੰਦੇ ਜਦੋਂ ਅਸੀਂ ਦੇਖਿਆ ਕਿ ਸਾਰੀ ਲੁਕਾਈ ਸਾਨੂੰ ਇਹਨਾਂ ਔਗਣਾਂ ਸਹਿਤ ਨਜ਼ਰ ਆਈ। ਵਿਸ਼ਰਾਮ ਦੇ ਕੇ ਮਹਾਰਾਜ ਸਮਝਾਉਂਦੇ ਹਨ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ, ਭੁੱਲ ਹੀ ਗਏ ਵੀ ਅਸੀਂ ਕਿਸ ਵਾਸਤੇ ਆਏ ਹਾਂ। ਮਹਾਰਾਜ ਕਹਿੰਦੇ ਉਹ ਦੂਜੀ ਕਾਰ ਦੇ ਵਿੱਚ ਲੱਗ ਗਏ। ਦੂਜੀ ਕਾਰ ਇਹ ਵੀ ਧੰਦੇ ਕਰਦਾ, ਦੁੱਧ ਸਵੇਰ ਤੋਂ ਨਿਕਲਦਾ ਹੈ, ਸ਼ਾਮ ਨੂੰ ਥੱਕਿਆ ਟੁੱਟਿਆ ਆ ਕੇ ਪੱਤੇ ਤੇ ਡਿੱਗ ਪੈਂਦਾ। ਰੱਬ ਜਪਣਾ ਹੀ ਉਹਦੇ ਜਪਜੀ ਸਾਹਿਬ ਪਾਠ ਦਾ ਟਾਈਮ ਨਹੀਂ, ਉਹਦੇ ਕੋਲ ਤੇ ਸੰਗਤ 'ਚ ਬੈਠਣ ਦਾ ਟਾਈਮ ਨਹੀਂ, ਉਹਦੇ ਕੋਲ ਚੌਂਕੜਾ ਮਾਰਨ ਦਾ ਟਾਈਮ ਨਹੀਂ ਹੈ। ਮਹਾਰਾਜ ਕਹਿੰਦੇ ਦਿਨ ਰਾਤ ਦੂਜੇ ਧੰਦੇ ਵਾਸਤੇ ਮਨੁੱਖ ਦੌੜਦਾ। 4 ਰੁਪਏ ਇਕੱਠੇ ਕਰਾਂ, ਮੈਨੂੰ ਸ਼ਾਇਦ ਪੈਸੇ ਕਰਕੇ ਸ਼ੌਕ ਮਿਲੇਗਾ, ਧਨ ਦੇ ਅੰਦਰ ਸ਼ੌਕ ਹੈ। ਮਹਾਰਾਜ ਕਹਿੰਦੇ ਨਹੀਂ, ਧੰਦਾ ਕਰਦਿਆਂ ਇਹ ਫਲ ਜਨਮ ਗਵਾਇਆ। ਬੰਦਾ ਧੰਦੇ ਪਿੱਛੇ ਪੈ ਗਏ, ਵਿਅਰਥ ਜਨਮ ਗਵਾ ਲਈਦਾ। ਸੁੱਖ ਦਾਤਾ ਮਨ ਦਾ ਵਸਾਇਆ, ਜਿਹਨੇ ਸੁੱਖ ਦੇਣੇ ਹਨ ਤੇ ਮਨ 'ਚ ਵਸਿਆ ਹੀ ਨਹੀਂ। ਧੰਦਾ ਧਾਵਤ ਦੇਣ ਗਿਆ, ਦੇਣ ਸਾਡਾ ਧੰਦੇ ਪਿੱਛੇ ਲੋਕ ਦੇ
रैन गवाई सोए, रात सौ के गुजार ली। कूड़ कूड़ देख खाया, झूठ बोल के गैर खाते गए विषय मुकाला थे। मन मुख चलिया दोए, मर के खीर मन मुख फिर रोता जाता है संसार को। गुण नहीं ना, फिर नाम नहीं ना, सच नहीं ना, महाराज कहते झूठे धंधिया च लोग फस जाते हैं। हरेक बंदा कहता भी मेरे को टाइम नहीं, मेरे को टाइम नहीं। जिस वास्ते आए हैं जपण का टाइम नहीं है तो झूठे धंधिया च पए हुए हैं। सवेर के कितने शरीर निकले घरों, सारे गुरुद्वारे भी नहीं आन के बैठे, उन्होंने सारे दिन भज दौड़ करना। वैसे तो दास ने अगे भी कई बार बेनती की बाबा बुढ़ा जी का जीवन पढ़ो, 125 विघे जमीन सी बाबा बुढ़ा जी का। उदों जी वाही ना बलदा देते ਜਾਂ ਕੋੜ ਕੇ ਵੀ ਵਾਹੀ ਕੀਤੀ ਜਾਂਦੀ, ਧਰਤੀ ਨੂੰ ਕਈਆਂ ਨਾਲ ਕੋੜ ਕੇ ਰੰਬਿਆਂ ਨਾਲ ਫਿਰ ਬੀਜ ਪਾਇਆ ਜਾਂਦਾ ਸੀ। ਤੇ ਬਾਬਾ ਬੁੱਢਾ ਜੀ ਦੀਆਂ ਸਵਾਵਾਂ ਕਿੰਨੀਆਂ ਕੁ ਨੇ ਅਸੀਂ ਗਿਣਤੀ ਨਹੀਂ ਜੇ ਕਰ ਸਕਦੇ। ਤੇ ਸਾਰਾ ਦਿਨ ਕੰਮ ਕਰਨਾ ਤੇ ਸ਼ਾਮ ਨੂੰ ਦੁੱਧ ਦੀ ਗਾਗਰ ਚੁੱਕ ਕੇ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਪਹੁੰਚ ਜਾਂਦੇ ਹਨ। ਭੀੜ ਰਸਤਾ ਵੀ ਬਹੁਤ ਹੈ ਔਰ ਪੈਦਲ ਰਸਤਾ ਤੈਅ ਕਰਦੇ ਹਨ। ਅਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ, ਮੋਬਾਈਲ ਦੇਖਣ ਦਾ ਟਾਈਮ ਹੈ, पानी पढ़ता साढ़े को टाइम नहीं है। महाराज कहते सारा दिन मनुष्य इस तरह कट जाता है। दूजी कार है नग, तीन काम मनुष्य करी जाता है। गड्डी बैठा है, सवेरे होर कितने जाता है, शाम को होर कितने, रात को पहरेदारी करता फिरता कितने। नाम जपण का टाइम नहीं है। 4 रुपये इकट्ठे कर लिए सारे भज दौड़ करते हैं। महाराज कहते जिन्होंने नाम विसार दिता जी दूजी कार के विच ही अपना समा बर्बाद कर रहे हैं। वो दुखदा च लग जाते, फिर पच एक दिन आत्मक नौते बढ़ जाते हैं। अंदर उन्होंने तृष्णा की अग बनती है। तृष्णा की अग वाला ही तो भज दौड़ करता है बहुत। नहीं तो जिहदे अंदर संतोख है तो बस अज इन्ना कुछ चाहिए वो इन्नी कुछ मेहनत करता है। भाई अज प्रसादा मिल गया, कल गुरु कृपा करेगा फिर कप से जावांगे, फिर प्रसादा मिलेगा। इतिहास बोल के देखिए किरती सिख साधना तो उन्होंने जोड़न का लालच नहीं कदे किया। गुरु साहब के कितने प्यारे सिख सन, गुरु नानक साहब जी की गल करिए, वो अपनी मेहनत करके दिहाड़ी करके खाने वाले हैं। उन्होंने सवेरे धर्मशाला जाना, धर्म दर्शन करना, फिर धंधे से जाना, फिर धर्मशाला जाना, फिर उठते वैगू वैगू, फिर उन्होंने अपनी मेहनत, फिर उन्होंने जपना। असी जोड़ च लगे हैं, जपण वाल साडा ध्यान है कि असी आए हैं, रब को मिलना साडा प्रयोजन है। तो जे हुण हिम्मत मारांगे तो गल बनेगी, जे हुण असी अवेसले रहे ना तो फिर गुरमुख को साडा कदे बुलाव नहीं वाहिगुरू नाल हो सकदा। महाराज ने बार बार ये गल कही, मनुखा जन्म ही बुलाव वास्ते मिले है। मिल सकते से जन्म च, पर जे धंधे ही करते रहे, वैसे बना दिए संविधान ने बहुत बड़ी बेनती की, हाथ कुछ भी नहीं होना। जिन्ना मर्जी बंदा धन जोड़ते जान लगा कि नाल जाना है, जिन्ने मर्जी पैसे इकट्ठे कर ले, जिन्ने मर्जी हीर को नागे पापों किए गए जिन के लाभ को पर कितने नाम रूपी धन इकट्ठा करो जी। सारे दुखदा चुने तृष्णा की अग है, पर गुर राखे से उपदेखे तो जो गुरु ने रख दे बच गए। गुरु तो रखेगा ना जो गुरु को आवांगे, जो गुरु को आए नहीं फिर गुरु रखेगा भी कदों। गुरु के बने ही नहीं, गुरु तो अपने की रक्षा करता है। जो अपना बनाया ही नहीं फिर रखा भी नहीं करेगा। तो जो गुरु नानक साहब के घर नाल जुड़ गए, फिर जेन कल राखी मेरी, कल चल रहे समय तो गुरु रखा करता है। बोल राखे से उभरे, वो तृष्णा की अग को बच गए जिन्होंने गुरु ने रख लिया जी। होर ते लुकाई मुठी हुई है, धंधिया ने ठग रखी है। धंधा ही करते हैं, ठगे हुए ही धंधे करते
ਮਹਾਰਾਜ ਕਹਿੰਦੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਗੁਰੂ ਸੋਝੀ ਦੇ ਦਿੰਦਾ, ਸਮਝ ਦੇ ਦਿੰਦਾ, ਉਹ ਫਿਰ ਧੰਦਾ ਕਰਦਿਆਂ ਕਰਤੇ ਨੂੰ ਵੀ ਯਾਦ ਰੱਖਦੇ। ਹਾਥ ਪਾਓ ਕਦ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਜਿੱਥੇ ਧੰਦਾ ਜ਼ਰੂਰੀ ਉੱਥੇ ਧਰਮ ਕਮਾਉਣਾ ਵੀ ਜ਼ਰੂਰੀ ਹੈ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਉਹਨਾਂ ਦੇ ਅੰਦਰੋਂ ਜਿਹੜੀ ਦੁਨਿਆਵੀ ਪ੍ਰੀਤ ਮਰ ਜਾਂਦੀ ਹੈ। ਜਿਹੜਾ ਨਾ ਧਾਰਮਿਕ ਬੰਦਾ ਆਮ ਬੰਦੇ ਨਾਲੋਂ ਘੱਟ ਭੱਜ ਦੌੜ ਕਰਦਾ, ਤੁਸੀਂ ਕਿਤੇ ਵੀ ਵੇਖੋ, ਜਿਹੜਾ ਵੈਸੇ ਪੰਜਾਬੀ ਬੰਦਾ ਹੈ ਨਾ ਉਹ ਥੋੜ੍ਹੀ ਜਿਹੀ ਭੱਜ ਦੌੜ ਪੰਜਾਬੀ ਕਰੇਗਾ, ਫਲਾਣੇ ਥਾਂ 'ਤੇ ਜਾਣਾ, ਫਲਾਣੇ ਥਾਂ 'ਤੇ। ਜਿਹੜਾ ਧਰਮੀ ਬੰਦਾ ਥੋੜ੍ਹਾ ਜਿਹਾ ਸ਼ਾਂਤ ਹੁੰਦਾ ਹੈ, ਉਹ ਅਸੀਂ ਤਾਂ ਥੋੜ੍ਹਾ ਜਿਹਾ ਲੋਕ ਲੱਜਾਂ ਦੇ ਪਿੱਛੇ ਵੀ ਭੱਜਦੇ, ਜੇ ਨਾ ਗਏ ਕੋਈ ਫਲਾਣੇ ਕੀ ਆਖਣਗੇ, ਨਾ ਗਏ। ਧਾਰਮਿਕ ਬੰਦਾ ਸੋਚਦਾ ਮੇਰੇ ਜਾਣ ਨਾਲ ਹੁਣ ਕੀ ਹੋਣਾ, ਉਹਦੀ ਥੋੜ੍ਹੀ ਜਿਹੀ ਸੋਚ ਬਦਲ ਜਾਂਦੀ ਹੈ। ਭਗਤਾਂ ਦੇ ਸੰਸਾਰ ਨਾਲ ਜੋੜ ਕਦੇ ਨਾ। ਮੰਨ ਲਓ ਇੱਕ ਬੰਦੇ ਨਾਲ ਸਾਡਾ ਕੋਈ ਬੋਲ ਚਾਲ ਨਹੀਂ ਹੈ, ਅਸੀਂ ਵੇਖ ਕੇ ਜੈਲਸੀ ਵੀ ਕਰਦੇ ਹੈ, ਮਿਲਿਆ ਬੋਲਣਾ ਨਹੀਂ ਚਾਹੁੰਦੇ, ਅਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਫਿਰ ਆਮ ਦੁਨਿਆਵੀ ਸੋਚ ਵਾਲਾ ਬੰਦਾ ਉਹਦੇ ਸੰਸਕਾਰ ਤੋਂ ਜ਼ਰੂਰ ਜਾਏਗਾ, ਤਾਂ ਭੋਗ ਤੋਂ ਜ਼ਰੂਰ ਜਾਏਗਾ, ਜਿਉਂਦਿਆਂ ਨਹੀਂ ਬੋਲਦਾ। ਧਾਰਮਿਕ ਬੰਦਾ ਕਹੇਗਾ ਜਿਹਦੇ ਨਾਲ ਮੇਰੀ ਜਿਉਂਦਿਆਂ ਨਹੀਂ ਬਣੀ ਉਹਦੇ ਸੰਸਕਾਰ 'ਤੇ ਜਾਣ ਦਾ ਮੇਰਾ ਮਤਲਬ ਹੀ ਕੋਈ ਨਹੀਂ ਬਣਦਾ। ਜਿਹੜੇ ਧਾਰਮਿਕ ਬੰਦੇ ਹੈ ਉਹਨਾਂ ਦੀ ਭੱਜ ਦੌੜ ਘੱਟ ਜਾਂਦੀ ਹੈ। ਹਾਂ, ਜਿੱਥੇ ਬਣਦਾ ਸਾਡਾ ਜਾਣਾ ਉੱਥੇ ਜਾਣਾ ਚਾਹੀਦਾ, ਪਰ ਬਿਨਾਂ ਗੱਲ ਤੋਂ ਫਿਰ ਇੱਧਰ ਉਹ ਕਹਿੰਦੇ ਉਹਨਾਂ ਸਮਾਂ ਆਪਾਂ ਬਾਣੀ ਪੜ੍ਹਦੇ, ਉਹਨਾਂ ਸਮਾਂ ਆਪਾਂ ਵੀ ਇਹ ਜਨਮ ਵਾਰ-ਵਾਰ ਨੂੰ ਮਿਲਣਾ, ਅਤੇ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਭੱਜਦੇ ਦੌੜਦੇ ਬਹੁਤੇ ਰਹੇ, ਫਿਰ ਧਰਮ ਕਦੋਂ ਕਮਾਵਾਂਗੇ। ਜਾਣਾ ਚਾਹੀਦਾ ਜਿਹੜੇ ਸਾਡੇ ਗੁਰੂ ਸਾਹਿਬ ਜੀ ਜਾਂਦੇ ਰਹੇ, ਜਿੱਥੇ ਜਾਣਾ ਬਣਦਾ ਸੀ ਉੱਥੇ ਜਾਂਦੇ ਰਹੇ, ਪਰ ਅੱਜ ਭੱਜ ਦੌੜ ਜਿਹੜੀ ਨਜਾਇਜ਼ ਜਾਂਦੀ ਹੈ। ਇਹ ਸਾਡਾ ਸਰਦਾ ਨਾ ਇੱਥੋਂ ਅਸੀਂ ਫਿਰੋਜ਼ਪੁਰ ਜਾਣਾ ਹੈ ਕਿ ਸਾਨੂੰ ਸਾਰ ਲੈਣਾ ਚਾਹੀਦਾ। ਇੱਕ ਤਾਂ ਸਾਡਾ ਖਰਚਾ ਬਣਦਾ, ਦੂਸਰਾ ਅਸੀਂ ਕਿਸੇ ਵੱਡੀ ਮੁਸ਼ਕਿਲ ਤੋਂ ਵੀ ਬਚ ਸਕਦੇ ਹਾਂ। ਲੋੜ ਪੈਣ 'ਤੇ ਜਾਣਾ ਚਾਹੀਦਾ, ਜਿੱਥੇ ਸਰਦਾ ਹੋਵੇ ਉੱਥੇ ਸਾਰ ਵੀ ਲੈਣਾ ਚਾਹੀਦਾ। ਧਾਰਮਿਕ ਬੰਦਾ ਥੋੜ੍ਹਾ ਜਿਹਾ ਸਹਿਜ ਦੇ ਅੰਦਰ ਹੁੰਦਾ, ਉਹ ਸ਼ਾਂਤ ਹੁੰਦਾ, ਉਹਦੀ ਫਿਰ ਸੰਸਾਰ ਵੱਲੋਂ ਪ੍ਰੀਤ ਮਰ ਜਾਂਦੀ ਹੈ। ਉਹ ਬਹੁਤੀ ਦੁਸ਼ਮਣੀ ਵੀ ਨਹੀਂ ਕਮਾਉਂਦਾ ਅਤੇ ਬਹੁਤੀ ਮਿੱਤਰਤਾ ਵੀ ਨਹੀਂ ਰੱਖਦਾ ਕਿਸੇ ਦੇ ਨਾਲ। ਉਹਦੇ ਅੰਦਰੋਂ ਪ੍ਰੀਤ ਇਸ ਸੰਸਾਰ ਦੀ ਮਰ ਜਾਂਦੀ ਹੈ। ਕਹਿੰਦੇ ਕੋਈ ਪ੍ਰੀਤ ਪਿਆਰ ਦਇਆ, ਜਿਹੜਾ ਪਦਾਰਥਾਂ ਦਾ ਪਿਆਰ ਉਹਦੇ ਅੰਦਰ ਚਲਾ ਜਾਂਦਾ ਹੈ, ਉਹ ਫਿਰ ਇਕੱਠੇ ਕਰਨ ਦੀ ਛੱਡ ਰੱਖਦਾ, ਆਹ ਵੀ ਬਿਲਕੁਲ ਹੋਣਾ ਚਾਹੀਦਾ, ਆਹ ਵੀ ਹੋਣਾ ਚਾਹੀਦਾ, ਅਤੇ ਉਹਦੇ ਅੰਦਰੋਂ ਵੈਰ ਵਿਰੋਧ ਵੀ ਮਰ ਜਾਂਦਾ ਹੈ। ਦਾਸ ਨੇ ਪਹਿਲੇ ਬੇਨਤੀ ਕਰ ਦਿੱਤੀ, ਨਾ ਕਿ ਉਹ ਬਹੁਤਾ ਕਿਸੇ ਦਾ ਮਿੱਤਰ ਬਣਦਾ ਅਤੇ ਨਾ ਹੀ ਉਹ ਕਿਸੇ ਨਾਲ ਦੁਸ਼ਮਣੀ ਕਮਾਉਂਦਾ, ਵੈਰ ਵਿਰੋਧ ਖਤਮ ਕਰਨਾ, ਕਿਉਂਕਿ ਉਹਨੇ ਸੰਗਤ ਕੀਤੀ, ਉਹਦੀ ਬਿਸਰ ਗਈ ਸਾਬ ਤਾਤ ਭਲਾਈ ਜਪ ਕੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਾਣ। ਆਈ ਉਹਦੀ ਬੜ ਸਾਧਿਆਂ ਨਾਲ ਹੀ ਆਉਂਦੀ ਹੈ, ਕਿਉਂਕਿ ਉਹਦੇ ਅੰਦਰੋਂ ਵੈਰ ਵਿਰੋਧ ਖਤਮ ਹੋ ਗਿਆ। ਮੰਨ ਲਓ ਕਿ ਕਿਸੇ ਦੀ ਗੱਲ ਸੁਣਦਾ, ਦੁੱਖ ਤੇ ਉਹਨੂੰ ਲੱਗਦਾ ਹੈ, ਔਰ ਉਹ ਸ਼ਾਂਤ ਰਹਿੰਦਾ, ਇਹਦੇ 'ਚ ਹੁਣ ਕੁਛ ਨਹੀਂ ਹੋ ਸਕਦਾ। ਇਹ ਉਹਦੀ ਰਜਾ ਹੈ, ਇਹ ਉਹਦਾ ਹੁਕਮ ਹੈ। ਉਹ ਜਿਹਨੂੰ ਫਿਰ ਬੋਲਦਾ ਉਹਨੂੰ ਵੀ ਇਹੀ ਗੱਲ ਕਹੇਗਾ, ਤੁਹਾਨੂੰ ਰੱਬ ਦੀ ਰਜ਼ਾ 'ਚ ਉਹਦੇ ਹੁਕਮ 'ਚ ਰਹਿਣਾ ਚਾਹੀਦਾ। ਉਹਦੇ ਅੰਦਰੋਂ ਵੈਰ ਵਿਰੋਧ ਸੰਸਾਰੀ ਪ੍ਰੀਤ ਔਰ ਪਦਾਰਥਾਂ ਦਾ ਪਿਆਰ ਮਰ ਜਾਂਦਾ ਹੈ। ਕਹਿੰਦੇ ਧੰਦਿਆਂ ਵੱਲੋਂ ਥੱਕ ਜਾਂਦਾ ਹੈ ਅਤੇ ਹਉ ਮਰ ਜਾਂਦੀ ਹੈ। ਹਉਮੈ ਮਨ ਨੂੰ ਜਿਹੜਾ ਨਾ ਬੰਦਾ ਸੋਚੀ ਰੱਖਦਾ। ਇੱਕ ਨਾ ਬਾਬਾ ਜੀ ਤੇ ਖਾਈ ਘੁਮਾਉਂਦੇ ਆ, ਵੈਸੇ ਪਹਿਲਾਂ ਦੂਸਰੇ ਬਾਬਾ ਜੀ ਆਉਂਦੇ ਸੀ, ਹੁਣ ਇਹ ਉਹਨਾਂ ਦੀ ਚਾਚਾ ਜੀ ਆ, ਉਹ 2 ਪੈਨਸ਼ਨਾਂ ਵੀ ਲੈਂਦੇ ਆ ਅਤੇ ਰੋਜ਼ ਦੇਗ ਚਲਾ ਕੇ ਜਾਂਦੇ। 100 ਰੁਪਈਏ ਦੀ ਦੇਗ ਮੇਰੇ ਗੱਲ ਦੀ ਕਾਫੀ 12-13 ਸਾਲ ਤੋਂ। ਇੱਕ ਦਿਨ ਦਾਸ ਉਹਦੇ ਬਾਪੂ ਜੀ ਦੇ ਘਰੇ ਵੀ ਗਿਆ, ਪ੍ਰੋਗਰਾਮ ਦੇ ਕਿਤੇ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਬਾਬਾ ਜੀ ਨੇ ਆਉਣਾ, ਉਹਨਾਂ ਨੇ ਫੋਨ ਕੀਤਾ ਵੀ ਬਾਬਾ ਜੀ ਤੁਸੀਂ ਘਰੇ ਹੋ ਕੇ ਜਾਣਾ। ਉਹ ਰੋਜ਼ਾਨਾ ਇੱਥੇ ਆਉਂਦੇ, ਸ਼ਾਮ ਦੀ ਕਥਾ ਸੁਣਦੇ ਆ, ਤੁਹਾਨੂੰ ਦਰਸ਼ਨ ਕਰਾਵਾਂਗੇ। ਗੁਰਮੁਖਾਂ ਦੇ ਕਹਿੰਦੇ ਰਿਟਾਇਰ ਹੋ ਕੇ ਆਇਆ ਅਤੇ ਪੈਸੇ ਵੀ ਕਾਫੀ ਮਿਲ ਗਏ। ਅਤੇ ਪਹਿਲਾਂ ਤਾਂ ਮਨ ਘੁੰਮਿਆ ਵੀ ਆਹ ਧੰਦਾ ਸ਼ੁਰੂ ਕਰ ਲਈਏ, ਆਹ ਧੰਦਾ ਸ਼ੁਰੂ ਕਰ ਲਈਏ, ਰੁਪਈਏ ਚਾਹ ਲੈ ਗਏ ਨੇ, ਕੁਝ ਰੁਪਈਏ ਬੜੇ ਵਾਸਤੇ ਲੱਗਦੇ ਆ। ਕਹਿੰਦੇ ਹਫ਼ਤਾ ਕੁ ਤੇ ਆਹ ਸੋਚਾਂ ਘੁੰਮਦੀਆਂ ਰਹੀਆਂ ਵੀ ਕੀ ਕੰਮ ਸ਼ੁਰੂ ਕਰੀਏ, ਰੁਪਈਏ 4 ਖੜੇ ਆ। ਅਤੇ ਫਿਰ ਸੋਚ ਇਸ ਪਾਸੇ ਨੂੰ ਹੋ ਗਈ ਵੀ ਧੰਦਾ ਜੋ 2 ਪੈਨਸ਼ਨਾਂ ਨੇ ਪਾ ਲਿਆ,
58 ਸਾਲ ਤੇ ਇੱਕ ਪਾਸੋਂ ਰਿਟਾਇਰ ਹੋਏ ਆ, ਕੋਈ 15 ਸਾਲ ਹੋਰ ਪਾਸੇ ਬਣਾ ਲਏ ਆ। ਤੇ ਜੇ ਹੁਣ ਧੰਦੇ ਜੀ ਪੈ ਰਹੇ, ਫਿਰ ਧਰਮ ਕਦੋਂ ਕਮਾਵਾਂਗੇ? ਤੇ ਫਿਰ ਕਹਿੰਦੇ ਵੀ ਅੰਦਰੋਂ ਆਵਾਜ਼ ਨਿਕਲੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਕਿਰਪਾ ਕਰੋ, ਹੁਣ ਕੰਮ ਕੋਈ ਨਹੀਂ ਜੇ ਕਰਨਾ, ਤੁਹਾਡੇ ਚਰਨਾਂ ਦੀ ਹਾਜ਼ਰੀ ਰੋਜ਼ ਦੀ ਕਰਾ ਲਿਆ ਕਰੋ। ਹੁਣ ਹਾਜ਼ਰੀ ਭਰਦੇ ਨੇ ਭਾਈ ਸਾਹਿਬ। ਉਹ ਮੈਂ ਕਹਿ ਰਿਹਾ ਸੀ, ਕਹਿੰਦਾ ਜੀ ਉਹਨਾਂ ਦਾ 5-6 ਹਜ਼ਾਰ ਰੁਪਈਆ ਮਹੀਨੇ ਦਾ ਉਹ ਇੱਕ ਦੇਗ, ਗੱਡੀ, ਮੋਟਰਸਾਈਕਲ ਦਾ ਖਰਚਾ ਔਰ ਸਾਰਾ ਕੁਝ ਇੱਧਰ ਮਿਲਾ ਕੇ, ਮੈਂ ਕਹਿੰਦਾ ਸੀ ਬਾਪੂ ਜੀ 5-6 ਹਜ਼ਾਰ ਰੁਪਈਆ ਤੁਸੀਂ ਆਪਣਾ ਦਸਵੰਧ ਕੱਢ ਦਿਓ ਮਹੀਨੇ ਦਾ। ਕਹਿੰਦਾ ਜੀ ਗੁਰੂ ਸਾਹਿਬ ਜੀ ਬਣਾਉਂਦੇ, ਉਹਦੇ ਰੂਹ ਵੀ ਸ਼ਾਂਤ ਹੈ। ਜਿਹਨੂੰ ਸੋਝੀ ਆ ਗਈ ਧੰਦੇ ਤੋਂ ਨਾ, ਫਿਰ ਉਹ ਧੰਦਾ ਥੱਕਾ ਹੋਂ ਕੋਈ ਹੌਬੇ ਵੀ ਮਰ ਜਾਂਦੀ, ਰੁਪਈਏ 4 ਹੈਗੇ ਆ, ਹੌਬੇ ਕੋਈ ਨਹੀਂ ਹੈ। ਧੰਦੇ ਤੋਂ ਥੱਕ ਗਿਆ, ਕਹਿੰਦੇ 2 ਪੈਨਸ਼ਨਾਂ ਦੇ ਰਿਟਾਇਰ ਹੋ ਗਏ, ਹੁਣ ਧੰਦਾ ਕਰਕੇ ਕੀ ਲੈਣਾ? ਹੁਣ ਧਰਮ ਬਣਾਉਣਾ ਚਾਹੀਦਾ। ਜਿਹੜਾ ਗੁਰਮੁਖ ਉਹ ਧੰਦੇ ਵੱਲੋਂ ਥੱਕ ਜਾਂਦੇ, ਨਹੀਂ ਤੇ ਮਾਫ ਕਰਨਾ ਜਿਨ੍ਹਾਂ ਦਾ ਮਾਇਆ ਨਾਲ ਪਿਆਰ ਹੈ ਨਾ, ਜਦੋਂ 58 ਸਾਲ ਨੇੜੇ ਹੁੰਦੇ ਨਾ, ਬਹੁਤੇ ਬੰਦੇ ਜਿਹੜੇ ਬਿਮਾਰ ਹੋ ਜਾਂਦੇ, ਕਹਿੰਦੇ ਹੁਣ ਕੀ ਬਣੇਗਾ, ਇੰਨੇ ਪੈਸੇ ਲੈਣੇ, ਹੁਣ ਫਿਰ ਰਿਟਾਇਰ ਹੋ ਜਾਣਾ। ਚਾਹੀਦਾ ਵੀ ਖੁਸ਼ੀ ਹੁੰਦੀ ਇਸ ਗੱਲ ਦੀ ਵੀ ਹੁਣ ਭਾਈ ਹੁਣ ਤੇ ਗੁਰਦੁਆਰੇ ਜਾਇਆ ਕਰਾਂਗੇ, ਹੁਣ ਫ੍ਰੀ ਹੋ ਜਾਣਾ, ਹੁਣ ਵੱਧ ਤੋਂ ਵੱਧ ਬਾਣੀ ਪੜ੍ਹਾਂਗੇ। ਉਹ ਫਿਰ ਤਰਲੇ ਲਿਖਦੇ, ਚਿੱਠੀਆਂ ਲਿਖਦੇ, 2 ਸਾਲ ਹੋਰ ਵਧਾ ਦਿਓ ਜੀ, 2 ਸਾਲ ਹੋਰ ਵਧਾ ਦਿਓ, ਮੈਂ 2 ਸਾਲ ਹੋਰ ਲਾਉਣਾ ਚਾਹੁੰਦਾ। ਉਹ ਬੰਦੇ ਇਸ ਤਰ੍ਹਾਂ ਹੀ ਝੂਠਦੇ ਰਹੇ, ਤੇ ਉਹਨਾਂ 2 ਸਾਲਾਂ ਦੀ ਭਾਵੇਂ ਉਹਨਾਂ ਦੀ ਮੌਤ ਹੋ ਜਾਏ ਜਿਹੜੇ ਵਧਾ ਲੈਂਦੇ। ਚਾਹੀਦਾ 58 ਸਾਲ ਹੁਣ ਸੇਵਾ ਕਰ ਲਈ, ਕਦੇ ਵੀ ਬੰਦਾ ਹੋਵੇ, ਹੁਣ ਧਰਮ ਕਮਾ ਲੈਣਾ ਚਾਹੀਦਾ ਹੈ। ਇਹਦਾ ਮਤਲਬ ਵੀ ਧੰਦੇ ਨਾਲੋਂ ਹਜੇ ਪ੍ਰੀਤ ਮਰੀ ਨਹੀਂ ਹੈ। ਪਰ ਇੱਥੇ ਦੇ ਬਾਰੇ ਨੇ ਕਿਹਾ ਧੰਦਾ ਥੱਕਾ ਹੋਂ ਕੋਈ, ਹੁਣ ਤੇ ਧੰਦੇ ਵੱਲੋਂ ਥੱਕ ਜਾਣਾ ਚਾਹੀਦਾ। ਹੋਂ ਮੈਂ ਮਰ ਜਾਂਦੀ ਹੈ, ਕਹਿੰਦੇ ਉਹਦੇ ਅੰਦਰੋਂ ਮਮਤਾ ਤੇ ਬਹੁਤੀ ਮਾਇਆ ਜੋੜਨ ਦਾ ਲਾਲਚ ਤੇ ਕ੍ਰੋਧ ਜਿਹੜਾ ਉਹ ਦੂਰ ਹੋ ਜਾਂਦਾ ਹੈ। ਜਿਹਨੂੰ ਗੁਰੂ ਰੱਖਦਾ, ਸ਼ਬਦ ਇਹ ਆਇਆ ਸੀ, ਗੁਰ ਰਾਖੇ ਸੀ ਉਮਰੇ, ਫਿਰ ਉਹ ਧੰਦਿਆਂ ਵੱਲੋਂ ਰੁਕ ਜਾਂਦਾ ਹੈ। ਉਹਦੀ ਕਿਤੇ ਬਖਸ਼ਿਸ਼ ਵਰਤੇ ਤੇ ਜੀਵ ਸੱਚ ਪਾ ਲੈਂਦਾ ਹੈ। ਕਹਿੰਦੇ ਗੁਰਮੁਖ ਸਦਾ ਜਿਹੜਾ ਨਾ ਉਹ ਆਪਣੇ ਆਪ ਨੂੰ ਰੋਕ ਲਾ ਕੇ ਰੱਖਦਾ। ਰੋਕ ਅਰਥ ਰੋਕ ਹੀ ਹੈ, ਰੁਕ ਜਾਣਾ। ਰੁਕਣਾ ਕਿਧਰੋਂ? ਗੁਰਨਿਆ ਭੈੜਿਆ ਪੂਰਾ ਧੰਦੇ ਉਹਦੇ ਭੱਜ ਦੌੜ ਤੋਂ, ਜਾਂ ਇੱਕ ਦਾ ਅੰਦਰੋਂ ਭੱਜਣਾ ਦੌੜਨਾ, ਇੱਕ ਹੁੰਦਾ ਬਾਹਰੋਂ ਭੱਜਣਾ ਦੌੜ, ਉਹ ਫਿਰ ਸ਼ਾਂਤ ਹੋ ਜਾਂਦਾ ਹੈ ਜੀ। ਗੁਰਮੁਖ ਜਿਹੜਾ ਨਾ 10 ਨੇ ਪਹਿਲਾਂ ਬੇਨਤੀ ਦੀ ਸਹਿਜ ਚ ਆ ਜਾਂਦਾ ਹੈ, ਉਹ ਫਿਰ ਧਰਮ ਬਣਾਉਂਦਾ ਹੈ। ਜਿਹੜਾ ਸੱਚੀ ਕਾਰ ਚ ਲੱਗ ਜਾਂਦਾ ਉਹਨੂੰ ਫਿਰ ਸੱਚ ਮਿਲ ਜਾਂਦਾ। ਸੱਚੀ ਕਾਰ ਤੇ ਆ ਹੀ ਹੈ, ਬਾਣੀ ਪੜ੍ਹਨੀ, ਸਿਮਰਨ ਕਰਨਾ, ਨਾਮ ਜਪਣਾ, ਗੁਰਦੁਆਰੇ ਆਉਣਾ, ਕਥਾ ਸੁਣਨੀ, ਇਹ ਸਾਡੀ ਸੱਚੀ ਕਾਰ ਹੈ। ਸੱਚੀ ਕਾਰ ਹੈ, ਸੱਚ ਮਿਲੇ। ਸੱਚੀ ਕਾਰ ਕਰਦਾ ਕਰਦਾ ਜੀਵ ਸੱਚ ਚ ਸਮਾ ਜਾਂਦਾ ਹੈ, ਔਰ ਗੁਰਮਤਿ ਉਹਦੇ ਪੱਲੇ ਪੈ ਜਾਂਦੀ ਹੈ। ਆ ਗੁਰੂ ਤੋਂ ਗੁਰ ਸਿੱਖਣੀ ਤੇ ਹੀ ਆਉਂਦੇ ਹੈ, ਗੁਰਮਤਿ ਦਾ ਆਧਾਰ ਤੇ ਜੀਵ ਵੱਢ ਜਾਂਦਾ ਹੈ। ਜਿਹਦੇ ਕੋਲ ਗੁਰਮਤਿ ਹੈ, ਸੱਚੀ ਕਾਰ ਤੇ ਲੱਗ ਗਿਆ, ਸੋ ਨਾਲ ਜੰਮੈ ਨਾ ਮਰੈ, ਨਾ ਉਹ ਮਰਦੇ ਤੇ ਨਾ ਜੰਮਦਾ ਹੈ, ਨਾ ਉਹ ਫਿਰ ਦੁਬਾਰਾ ਆਉਂਦਾ ਤੇ ਨਾ ਹੀ ਜਾਂਦਾ। ਹੁਣ ਹਾਂ ਅਸੀਂ ਮਰਾਂਗੇ ਨਹੀਂ, ਸ਼ਬਦ ਮਰੋ ਫਿਰ ਜੀਵੋ ਸਾਧ ਹੀ ਕਾਮ ਫਿਰ ਮਰਨ ਹੋਈ, ਤੇ ਫਿਰ ਆਵਾਂਗੇ ਨਹੀਂ। ਜਦੋਂ ਮਰਾਂਗੇ ਨਹੀਂ ਫਿਰ ਆਵਾਂਗੇ ਨਹੀਂ, ਉਹ ਅਮਰ ਹੋ ਜਾਂਦਾ ਹੈ। ਉਹ ਨਾਨਕ ਰੱਬ ਦੇ ਦਰ ਤੇ ਪ੍ਰਧਾਨ ਹੁੰਦਾ ਹੈ। ਪ੍ਰਧਾਨ ਦਾ ਅਰਥ ਵੀ ਸ਼੍ਰੋਮਣੀ ਉੱਤਮ ਵੱਡਾ ਸਾਰਿਆਂ ਨੂੰ, ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਮੱਥਾ, ਨਾਨਕ ਦਰ ਪ੍ਰਧਾਨ ਸੋ। ਉਹ ਰੱਬ ਦੇ ਘਰ ਪ੍ਰਧਾਨਤਾ ਪ੍ਰਾਪਤ ਕਰਦਾ, ਭਾਵ ਕਿ ਉੱਚਾ ਉਹਦਾ ਪ੍ਰਾਪਤ ਕਰਦਾ ਹੈ। ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਜੀ। ਜਿਹੜਾ ਉੱਤਮ ਕਰਮ ਕਰਦਾ ਹੈ ਉਹ ਰੱਬ ਦੀ ਦਰਗਾਹ 'ਚ ਪ੍ਰਵਾਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਵਾਲੇ ਸ੍ਰੀ ਰਾਗ 'ਚ ਬਖਸ਼ਿਸ਼ ਕਰ ਰਹੇ ਹਨ। ਕਹਿੰਦੇ ਸਾਡਾ ਸਾਰਿਆਂ ਦਾ ਤਨ ਨਾ ਇੱਕ ਦਿਨ ਜਲ ਜਾਣਾ ਜਾਂ ਬਲ ਜਾਣਾ, ਮਾਟੀ ਭਇਆ, ਮਿੱਟੀ ਦਾ ਬਣਿਆ ਮਿੱਟੀ ਹੋ ਜਾਣਾ। ਇਹ ਸਾਡੇ ਸਾਰਿਆਂ ਨਾਲ ਹੀ ਇਹ ਕੁਝ ਹੋਣਾ ਹੈ ਜੀ। ਬਾਬਾ ਫਰੀਦ ਜੀ ਕਹਿੰਦੇ ਹੈ, ਬੋਲੇ ਸ਼ੇਖ ਫਰੀਦ ਪਿਆਦੇ ਅੱਲਾ ਲੱਗੇ, ਇਹੋ ਤਨ ਹੋਸੀ ਖਾਕ ਨਿਬਾਣੀ ਕੋਲ ਘਰੇ। ਇਹ ਸਾਡੇ ਸਾਰਿਆਂ ਨਾਲ ਹੀ ਹੋਣਾ। ਮਿੱਟੀ ਤੋਂ ਅਸੀਂ ਬਣੇ ਆ ਤੇ ਮਿੱਟੀ 'ਚ ਮਿਲ ਜਾਣਾ। ਮਾਟੀ ਮਾਟੀ ਹੋਈ ਏਕ,
ਇਹਦੇ ਮਹਾਰਾਜ ਨੇ ਸ਼ਬਦ ਵਰਤਿਆ ਵੀ ਭਾਈ ਇੱਕ ਦਿਨ ਤਨ ਜਲ ਬਲ, ਕਈਆਂ ਦਾ ਬਲਦਾ ਹੈ ਤੇ ਕਈਆਂ, ਚਲੋ ਜਲ ਬਲ ਦਾ ਆਪਾਂ ਅਰਥ ਇੱਕ ਕਰ, ਕਈਆਂ ਨੂੰ ਧਰਤੀ 'ਚ ਦੱਬਿਆ ਜਾਂਦਾ ਹੈ, ਉਹ ਗਲਦੇ ਹੈ, ਅਸੀਂ ਬਲਣਾ ਹੈ, ਸਾਡਾ ਸੰਸਕਾਰ ਹੋਣਾ ਹੈ। ਚਲੋ ਕਈ ਸੰਸਕਾਰ ਕਰਦੇ ਨੇ, ਕਈ ਧਰਤੀ 'ਚ ਦੱਬ ਦਿੰਦੇ, ਉਹ ਕਈ ਜਿਹੜੇ ਨੇ ਪਾਣੀ 'ਚ ਵੀ ਰੋੜ ਦਿੰਦੇ ਨੇ ਬੋਡੀ ਨੂੰ, ਜੀਵ ਜੰਤੂ ਉੱਧਰ ਖਾ ਜਾਂਦੇ ਆ। ਵੈਸੇ ਸਭ ਤੋਂ ਵਧੀਆ ਤਰੀਕਾ ਸੰਸਕਾਰ ਹੈ ਜਿਹੜਾ ਸਾਡੀਆਂ, ਮੰਨ ਲਓ ਆਪਾਂ ਕਿਸੇ ਦੀ ਬੋਡੀ ਪਾਣੀ 'ਚ ਰੋੜ ਆਏ, ਬੋਡੀ ਹੱਥੋਂ ਛੱਡੀ, ਸਾਡਾ ਧਿਆਨ ਕੁਝ ਦਿਨ ਉੱਧਰ ਰਹਿਣਾ ਵੀ ਬੋਡੀ ਕਿੱਥੇ ਚਲੀ ਗਈ ਹੋਏਗੀ, ਉਹਨੂੰ ਮੱਛੀਆਂ ਖਾ ਰਹੀਆਂ ਹੋਣਗੀਆਂ, ਜੀਵ ਖਾ ਰਹੇ ਹੋਣਗੇ, ਸਾਡਾ ਧਿਆਨ ਤੇ ਕਿਉਂਕਿ ਬੋਡੀ ਅਜੇ ਹੈ, ਸੰਸਕਾਰ ਕਰਦੀ ਹੈ, ਬੰਦਾ ਸੁਰਖਰੂ ਜਿਹਾ ਹੋ ਜਾਂਦਾ ਵੀ ਐ ਸਾਪੀ ਗਈ ਜੀ ਹੁਣ ਉੱਧਰ ਧਿਆਨ ਨਹੀਂ ਪੜ ਜਾਂਦਾ ਵੀ ਉਹ ਅਸੀਂ ਸੰਸਕਾਰ ਕਰ ਦਿੱਤਾ ਜੀ, ਉਹ ਬੋਡੀ ਬਸ ਹੁਣ ਫੁੱਲ ਚੁੱਕਣੇ ਹੈ, ਬੋਡੀ ਨਹੀਂ ਹੈ, ਤੇ ਜੇ ਅਸੀਂ ਪਾਣੀ 'ਚ ਪਾ ਦਈਏ ਤਾਂ ਧਿਆਨ ਸਾਡਾ ਉੱਧਰ ਬੋਡੀ ਨਾਲ ਪਤਾ ਨਹੀਂ ਕੀ ਹੋਏਗਾ, ਬੋਡੀ ਨਾਲ ਪਤਾ ਨਹੀਂ। ਜਾਨਵਰ ਖਾਂਦੇ ਹੋਣਗੇ ਬੋਡੀ ਨੂੰ, ਸਾਡੀ ਰੂਹ 'ਚ ਹੋਰ ਸੁਰਤ 'ਚ ਹੋਰ ਜਿਹੀਆਂ ਗੱਲਾਂ ਹੋਣਗੀਆਂ, ਕਿਵੇਂ ਬੋਡੀ ਨੂੰ ਖਾਂਦੇ, ਮਾਸ ਨੋਚਦੇ ਹੋਣਗੇ। ਸੰਸਕਾਰ ਸਭ ਤੋਂ ਵਧੀਆ ਤਰੀਕਾ ਹੈ ਤੇ ਗੁਰੂ ਸਾਹਿਬ ਨੇ ਸਭ ਨੂੰ ਮਰਿਆਦਾ ਦਿੱਤੀ ਹੈ। ਹਾਂ ਚਲੋ ਮਿੱਟੀ 'ਚ ਨੱਪਣਾ ਵੀ, ਉਹ ਵੀ ਕਿਰਮ ਵਿੱਚੋਂ ਪੈਦਾ ਹੁੰਦੇ, ਉਹ ਬੋਡੀ ਨੂੰ ਖਾ ਜਾਂਦੇ, ਹੱਡੀਆਂ ਪਈਆਂ ਰਹਿੰਦੀਆਂ, ਸਾਲਾਂ ਤੱਕ ਹੱਡੀਆਂ ਪਈਆਂ ਰਹਿੰਦੀਆਂ, ਉਹ ਵੀ ਕਿਤੇ ਨਾ ਕਿਤੇ ਪਈਆਂ ਰਹਿੰਦੀਆਂ, ਮਾਰੇ ਕਹਿੰਦੇ ਸਾਹ ਵੀ ਦਿਓ, ਸਾਰਾ ਕੁਝ, ਹੱਡੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਸਾਡੀਆਂ। ਚਲੋ ਮਰਿਆਦਾ ਦੇ ਲਿਖਿਆ ਵੀ ਬਹੁਤੇ ਕੀਰਤਪੁਰ ਸਾਹਿਬ ਜਾਂਦੇ ਆ, ਚਲੋ 6ਵੇਂ ਪਾਤਸ਼ਾਹ ਜੀ ਦੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ 7ਵੇਂ ਪਾਤਸ਼ਾਹ ਦੀਆਂ ਅਸਥੀਆਂ ਉੱਥੇ ਪਈਆਂ ਹਨ, ਤੇ ਕਈਆਂ ਦੀ ਕੋਸ਼ਿਸ਼ ਹੁੰਦੀ ਚਲੋ ਵੀ ਅਸੀਂ ਉੱਥੇ ਜਾਈਏ। ਰਹਿਤ ਮਰਿਆਦਾ 'ਚ ਲਿਖਿਆ ਵੀ ਨੇੜੇ ਵੀ ਕਿਤੇ ਪਾਣੀ ਵਗਦਾ ਹੈ ਨਾ, ਉਹਦੇ 'ਚ ਪਾ ਦਿਓ, ਜੇ ਨਹੀਂ ਤੇ ਜਿੱਥੇ ਸੰਸਕਾਰ ਹੋਇਆ ਨੇੜੇ ਧਰਤੀ ਪੁੱਟ ਕੇ ਨਾ ਥੋੜ੍ਹੀਆਂ ਡੂੰਘੀਆਂ ਧਰਤੀ 'ਚ ਦੱਬ ਦਿਓ, ਬਸ ਸਾਹਮਣਾ। ਵੈਸੇ ਹੁਣ ਤੇ ਚਾਹੀਦਾ ਚਲੋ ਜੇ ਪਾਣੀ ਦਾ ਪ੍ਰਬੰਧ ਨੇੜੇ ਹੈ, ਕਿਤੇ ਨਾ ਕਿਤੇ ਪਾਣੀ ਵੀ ਦੂਸ਼ਿਤ ਹੁੰਦਾ, ਜੇ ਆਪਾਂ ਇੱਕ ਉਹਦੇ ਵਿੱਚ ਰਾਖ ਸੁੱਟ ਦਈਏ, ਪਾਣੀ ਕੀ ਪਤਾ ਕਿ ਲੋਕ ਪੀਂਦੇ ਹੋਣਾ। ਵਧੀਆ ਤਰੀਕਾ ਤੇ ਫਿਰ ਧਰਤੀ ਟੋਆ ਪੁੱਟ ਕੇ ਤੇ ਉਹਨੂੰ ਅਸਥੀਆਂ ਨੂੰ ਥੱਲੇ ਦੱਬ ਦੀ, ਉੱਪਰ ਇੱਕ ਸੋਹਣਾ ਜਿਹਾ ਫਲਦਾਰ ਪੌਦਾ ਲਾ ਕੇ ਰੁੱਖ ਤੇ ਉਹਨੂੰ ਸਾਂਭੀਏ, ਇੱਕ ਤੇ ਬਾਪੂ ਜੀ ਦੀ ਬੇਬੇ ਜੀ ਦੀ ਯਾਦ ਬਚੀ ਰਹੇਗੀ, ਭਾਈ ਆਹ ਪੌਦਾ ਜਿਹੜਾ ਹੈ ਇੱਕ ਫਲ ਵੀ ਰਹੇਗਾ, ਉਹ ਤੇ ਇੱਕ ਉਹ ਸਾਰਾ ਕੁਝ ਵਧੀਆ ਤਰੀਕੇ ਨਾਲ ਸਾਂਭਿਆ ਵੀ ਜਾਏਗਾ। ਇੱਧਰ ਕਲਕੱਤੇ ਵਾਲ ਚਲੇ ਜਾਓ, ਟਾਵਰ ਤੇ ਮੁਰਦਾ ਢੱਕ ਦਿੰਦੇ ਆ, ਉਹ ਇੱਲਾਂ ਗਿਰਜਾ ਖਾਂਦੀਆਂ, ਉਹ ਵੀ ਚੰਗੀ ਗੱਲ ਨਹੀਂ। ਹੁਣ ਸਾਡੇ ਕਿਸੇ ਬਜ਼ੁਰਗ ਦਾ ਮਾਸ ਇੱਦਾਂ ਗਿਰਜਾ ਤੋੜ ਕੇ ਖਾਣ, ਉਹ ਵੀ ਚੰਗੀ ਗੱਲ ਨਹੀਂ ਹੈ। ਸਰੀਰ ਸਾਹ ਵੀ ਦੇਣਾ ਚਾਹੀਦਾ। ਵੈਸੇ ਬੋਡੀ ਨੂੰ ਫਰਕ ਕੋਈ ਨਹੀਂ ਪੈਂਦਾ ਮਰਨ ਤੋਂ ਬਾਅਦ। ਫਰਜ਼ ਕਹਿੰਦੇ ਇੱਕ ਦੱਜ ਹੈ, ਇੱਕ ਦੱਬੀ ਹੈ, ਇੱਕ ਇਹਨਾਂ ਨੂੰ ਸਾੜਿਆ ਜਾਂਦਾ, ਇੱਕ ਇਹਨਾਂ ਨੂੰ ਦੱਬਿਆ ਜਾਂਦਾ। ਇੱਕ ਨਾ ਕੁੱਤੇ ਖਾਏ, ਕਹਿੰਦੇ ਸਾਰਿਆਂ ਨੂੰ ਸਾਂਭਿਆ ਵੀ ਨਹੀਂ ਜਾਂਦਾ, ਕਈਆਂ ਨੂੰ ਕੁੱਤੇ ਖਾ ਜਾਂਦੇ ਆ। ਇੱਕ ਦੱਜ ਹੈ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚੋਂ ਸੱਟੀਏ, ਇੱਕ ਪੀ ਫਿਰ ਹੱਸਣ ਪਾਏ। ਫਰਜ਼ ਕਹਿੰਦੇ ਬੋਡੀ ਨੂੰ ਵੈਸੇ ਕੋਈ ਫਰਕ ਨਹੀਂ ਪੈਂਦਾ, ਕੁੱਤੇ ਖਾ ਦੇਣ, ਪਾਣੀ ਚ ਰੋੜ ਦਿਓ, ਕਿਸੇ ਕਰ ਦਿਓ, ਆਤਮਾ ਨਿਕਲ ਕੇ ਫਿਰ ਕੁਝ ਵੀ ਨਹੀਂ ਰਹਿੰਦਾ। ਹਾਂ ਸਰੀਰ ਸਾਂਭ ਦੇਣਾ ਚਾਹੀਦਾ। ਅਸੀਂ ਆਪਣੇ ਬਜ਼ੁਰਗਾਂ ਦਾ ਸਰੀਰ ਸਾਂਭਦੇ ਆ, ਉਹ ਵਧੀਆ ਤਰੀਕਾ ਸੰਸਕਾਰ ਹੈ। ਮਰਦ ਕਹਿੰਦੇ ਹੈ ਤਨ ਜਲ ਬਲ ਪਾਟੀ ਭਇਆ, ਮਨ ਮਾਇਆ ਮੋਹਿ ਮਨੂਰ। ਸਤਿਗੁਰੂ ਕਹਿੰਦੇ ਤਨ ਤੇ ਜਲ ਕੇ ਮਿੱਟੀ ਹੋ ਗਿਆ, ਮਨ ਮਾਇਆ ਮੋਹਿ, ਮਨ ਮਾਇਆ ਚ ਹੋਇਆ। ਮਨੂਰ ਕਹਿੰਦੇ ਨੇ ਜਗਾਲਿਆ ਹੋਇਆ ਲੋਹਾ ਜਾਂ ਲੋਹੇ ਦੀ ਮੈਲ। ਕਹਿੰਦੇ ਮਨ ਜਿਹੜਾ ਉਹ ਦਾਗ ਲੱਗਾ ਹੋਇਆ ਹੈ, ਇਹ ਜਗਾਲਿਆ ਹੋਇਆ ਹੈ, ਤੇ ਸਰੀਰ ਜਿਹੜਾ ਮਿੱਟੀ ਨਾਲ ਮਿਲ ਜਾਂਦਾ, ਇੱਕ ਦਿਨ ਮਿੱਟੀ ਹੋ ਜਾਂਦਾ ਹੈ। ਕਹਿੰਦੇ ਔਗਣ ਪ੍ਰਗਟ ਹੋਏ ਉਹਦੇ ਅੰਦਰੋਂ, ਤੇ ਜਿਹੜਾ ਝੂਠ ਹੈ ਉਹ ਫਿਰ ਬਾਜੇ ਵਜਾਉਂਦਾ ਹੈ। ਬੋਲ ਬਾਲਾ ਤੇ ਝੂਠ ਦਾ ਹੀ ਹੈ, ਨੱਚਦਾ ਤੇ ਝੂਠ ਹੀ ਹੈ, ਸੱਚ ਤੇ ਸ਼ਾਂਤ ਹੀ ਹੈ। ਉਹ ਸੱਚ ਸ਼ਾਂਤ ਹੈ, ਝੂਠ ਭੰਗੜੇ ਪਾਉਂਦਾ ਢੋਲਾਂ ਦੇ ਉੱਪਰ। ਮਰਦ ਕਹਿੰਦੇ ਔਗਣ ਪ੍ਰਗਟ ਹੋ ਜਾਂਦੇ, ਫਿਰ ਝੂਠ ਨੱਚਦਾ ਬਾਜੇ ਵਜਾਉਂਦਾ ਹੈ। ਸ਼ਬਦ ਤੋਂ ਬਗੈਰ ਮਨੁੱਖ ਭਰਮ ਚ ਪਿਆ ਰਹਿੰਦਾ, ਭਟਕਣਾ ਦੇ ਅੰਦਰ। ਤੇ ਦੁਬਦਾ ਦੇ ਕਈ ਪੂਰ ਡੋਬ ਦਿੱਤੇ, ਪਰਿਵਾਰਾਂ ਦੇ ਪਰਿਵਾਰ ਦੁਬਦਾ ਚ ਪਿਆ ਮਨੁੱਖ ਰੱਬ ਨੂੰ ਨਹੀਂ ਜਲ ਸਕਦਾ। ਤੂੰ ਚਿੱਤਾ ਬੰਨ ਕਹਿ ਲਓ, ਦੁਬਦਾ ਕਹਿ ਲਓ, ਦੁਬਦਾ ਨਾ ਪੜੋ ਹੱਥ ਬਿਨ ਭੋਲਦਾ। ਮਹਾਰਾਜ ਕਹਿੰਦੇ ਦੁਬਦਾ ਚ ਪੈਣਾ ਨਹੀਂ ਹੈ, ਪਰ ਬਿਨਾਂ ਸ਼ਬਦ ਤੋਂ ਮਨੁੱਖ ਦੁਬਦਾ ਚ ਪਿਆ, ਫਿਰ ਉਹ ਆਤਮਿਕ ਰੂਪ ਤੇ ਮਰ ਜਾਂਦਾ ਹੈ। ਸਤਿਗੁਰੂ ਕਹਿੰਦੇ ਓਏ ਮਨ ਰੇ ਦਾ ਅਰਥ ਹੋਇਆ ਸ਼ਬਦ ਤਰੋ ਚਿੱਤ ਲਾਏ। ਸ਼ਬਦ ਨਾਲ ਚਿੱਤ ਲਾ ਜਾ ਤੇ ਤਰਲਾ ਭਵ ਸਾਗਰ। ਸ਼ਬਦ ਨੇ, ਸ਼ਬਦ ਮਰਦਾ ਨਹੀਂ ਨਾ, ਸ਼ਬਦ ਨੇ ਤਾਰਨਾ। ਸ਼ਬਦ ਬਹੁਤ ਵਾਰੀ ਪੜਿਆ, ਭੋਜਲ ਬਿਖਮ ਅਸਗਾ ਗੁਰ ਸ਼ਬਦੀ ਬਾਦ।
ਕਾਹੇ ਕੰਨ ਰੇ ਸ਼ਬਦ ਤਰੋ ਚਿਤ ਲਾਏ ਬਣਾ, ਸ਼ਬਦ ਦਾ ਪੱਲਾ ਪਕੜਦਾ ਸ਼ਬਦ ਤੈਨੂੰ ਡੁੱਬਣ ਨਹੀਂ ਦੇਗਾ। ਇੱਕ ਚਲੋ ਇੱਕ ਤਾਂ ਹੈਗਾ ਵੀ ਸ਼ਬਦ ਮਰਦਾ ਨਹੀਂ ਹੈ, ਉਹਦਾ ਅਸੀਂ ਪੱਲਾ ਪਕੜਨਾ ਹੈ। ਆ ਬਿਆਸਾ ਦਰਿਆ 'ਚ ਦਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਣੀ 'ਚ ਬੜੀ ਤਾਕਤ ਹੈ, ਇਹਦੇ ਤੇ ਤਰਕ ਨਹੀਂ ਕਰਨਾ। ਉਹ ਧੀਰ ਪੱਲੀਆਂ ਤੋਂ ਤਖਤ ਸ਼ਾਹ ਸਰੂਪ ਲਾਏ ਆਵੇ, ਮਹਾਰਾਜ ਨੂੰ ਪਤਾ ਜਦੋਂ ਲੱਗਾ, ਮਹਾਰਾਜ ਕਹਿੰਦੇ ਤੁਸੀਂ ਬਾਣੀ ਵੀ ਚੋਰੀ ਕਰਨ ਲੱਗ ਪਏ, ਸਰੂਪ ਵੀ ਚੋਰੀ, ਤੇ ਇਹ ਵਾਪਸ ਭੇਜੋ। ਕਹਿੰਦੇ ਜੀ ਅਸੀਂ ਨਹੀਂ ਜਾਣਾ, ਧੀਰਮਲ ਦੇ ਮੱਥੇ ਨਹੀਂ ਲੱਗਣ, ਉਹਨੇ ਤੁਹਾਡੇ ਤੋਂ ਗੋਲੀ ਚਲਾਈ ਹੈ। ਤੇ ਮਹਾਰਾਜ ਨੇ ਬਿਆਸਾ ਦਰਿਆ ਨੂੰ ਕਿਹਾ, ਕਹਿੰਦੇ ਦਰਿਆ ਸਰੂਪ ਸਾਂਭ ਕੇ ਰੱਖ, ਧੀਰਮਲ ਤੇਰੇ ਤੋਂ ਲੈ ਕੇ ਜਾਏਗਾ। ਤੇ ਇੱਕ ਰਸਤੇ 'ਚ ਜਾਂਦਾ ਸੀ ਬੰਦਾ, ਉਹਨੂੰ ਸਿਹੜਿਆ ਦਿੱਤਾ। ਧੀਰਮਲ ਨੇ ਕਾਫੀ ਦਿਨਾਂ ਬਾਅਦ ਬਿਆਸਾ 'ਚੋਂ ਸਰੂਪ ਕੱਢਿਆ ਔਰ ਸੁੱਕੇ ਦਾ ਸੁੱਕਾ। ਚੱਬੇ ਵਾਲੀ ਗੱਲ ਹੈ। ਆਪ ਪ੍ਰਗਟ ਸਿੰਘ ਗੁਰਦੁਆਰੇ ਜਾਂਦੇ ਹੋ, ਜਲਾਲਾਬਾਦ ਰੋਡ ਦੇ ਉੱਪਰ, ਮੇਨ ਰੋਡ ਦੇ ਉੱਪਰ, ਬਿਲਕੁਲ 88 'ਚ ਪਾਣੀ ਆਇਆ, 1988 ਚਲੋ ਹੈਗੀ ਸੀ ਸਮਝ ਥੋੜ੍ਹੀ ਜਿਹੀ। ਉਦੋਂ ਨਿੱਕੇ ਨਿੱਕੇ ਬੜੇ ਲੋਕਾਂ ਦੇ ਘਰ ਰੋੜ ਕੇ, ਲੋਕ ਰੋੜ ਕੇ, ਬੜਾ ਕੁਝ। ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਗੁਰਦੁਆਰੇ 'ਚ ਰੁੜ ਕੇ ਆਇਆ, ਉਹ ਪਤਾ ਨਹੀਂ ਕਿਹੜੇ ਗੁਰਦੁਆਰੇ, ਕਿੰਨੇ ਕਿਲੋਮੀਟਰ ਤੋਂ ਜਾਂ ਕਿੱਥੋਂ ਆਇਆ ਹੈ। ਪਾਕਿਸਤਾਨ 'ਚ ਵੀ ਬੜਾ ਪਾਣੀ, ਸਾਰੇ ਫਿਰੋਜ਼ਪੁਰ ਦਾ ਆਪਣੇ ਸ਼ਹਿਰ ਦੇ ਤੱਕ ਪਾਣੀ ਪਹੁੰਚਿਆ ਸੀ। ਤੇ ਉਹ ਸਰੂਪ ਜਿਹੜਾ ਇੱਕ ਮੱਝਾਂ ਚਾਰ ਰਿਹਾ ਸੀ ਬੱਚਾ, ਉਹ ਸਰੂਪ ਉਹਨੂੰ ਦਿਸ ਪਏ ਤਾਂ ਕੋਈ ਚੀਜ਼ ਰੂੜੀ ਆ ਗਈ ਹੈ, ਸੜਕ ਦੇ ਤੱਕ ਪਾਣੀ ਲੱਗਾ ਸੀ। ਤੇ ਉਹਨੇ ਸੱਦਿਆ ਬੰਦਿਆਂ ਨੂੰ, ਜਦੋਂ ਖਿੱਚ ਕੇ ਬਾਹਰ ਕੱਢਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਮਾਲ ਹੋ ਗਈ ਵੀ ਪਤਾ ਨਹੀਂ ਕਿੱਥੋਂ ਰੁੜ ਕੇ ਇੱਕ ਅੰਗ ਵੀ ਜਿਹੜਾ ਉਹ ਪਾਣੀ ਦੇ ਨਾਲ ਭਿੱਜਿਆ ਹੋਇਆ ਨਹੀਂ ਹੈ। ਫਿਰ ਉਹ ਮੰਜੇ ਤੇ ਰੱਖਿਆ ਸਰੂਪ, ਲੋਕ ਦਰਸ਼ਨ ਕਰਨ ਜਾਂਦੇ ਨੇ। ਫਿਰ ਉਹ ਉਸ ਸਰੂਪ ਦਾ ਉੱਥੇ ਪ੍ਰਕਾਸ਼ ਕਰ ਦਿੱਤਾ ਕਿ ਹੁਣ ਪ੍ਰਗਟ ਸਾਹਿਬ ਗੁਰਦੁਆਰਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋਏ ਹੈ। ਤੇ ਜਿਹੜਾ ਸਮੁੰਦਰ 'ਚੋਂ ਹੜ 'ਚੋਂ ਤੈਰ ਸਕਦਾ, ਉਹ ਤੈਨੂੰ ਭਵ ਸਾਗਰ 'ਚੋਂ ਵੀ ਪਾਰ ਕਰੇਗਾ। ਮਹਾਰਾਜ ਕਹਿੰਦੇ ਸ਼ਬਦ ਦਾ ਪੱਲਾ ਪਕੜ, ਸੱਚ ਤਨ ਸੋਚਾ ਸੋ ਆਖੀਐ। ਮਹਾਰਾਜ ਕਹਿੰਦੇ ਤਨ ਸੁੱਚਾ ਉਹ ਹੀ ਆਖਣਾ ਚਾਹੀਦਾ ਹੈ ਸੱਚਾ ਨਾਮ, ਜਿਹਦੇ ਵਿੱਚ ਸੱਚਾ ਨਾਮ ਹੈ, ਨਹੀਂ ਤੇ ਅਸੀਂ ਝੂਠੇ ਹੈ। ਇੰਦਰੀ ਕੀ ਝੂਠ ਪੁੱਤਰ ਸਨਾਹੀ ਬ੍ਰਹਮ ਅਗਨ ਕੇ ਰੂਡੇ। ਦਾਸ ਨੇ 5-4 ਦਿਨ ਅੰਦਰ ਬੇਨਤੀ ਕੀਤੀ, ਸਭ ਤੋਂ ਗੰਦਾ ਸਾਡਾ ਸਰੀਰ ਹੈ, ਸਾਰੀਆਂ ਚੀਜ਼ਾਂ ਪਵਿੱਤਰ ਹੈ। ਰੁਮਾਲਾ ਲੱਗਾ ਨਾ ਗੁਰੂ ਗ੍ਰੰਥ ਸਾਹਿਬ ਨੂੰ, ਪਵਿੱਤਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਲਾ ਕੇ। ਇਹੀ ਕੱਪੜਾ ਜੀ ਸਰੀਰ ਤੇ ਪਹਿਲੇ ਤੇ ਮੈਲਾ ਹੋ ਜਾਣਾ, ਇੱਕ ਇਹੋ ਜਿਹੀ ਗੱਲ ਨਹੀਂ ਰਹਿਣਾ, ਅਪਵਿੱਤਰ ਹੋ ਜਾਣਾ। ਹੁਣ ਪਵਿੱਤਰ ਹੈ, ਸਾਡੇ ਸਰੀਰ ਨਾਲ ਲੱਗਦਾ ਨੇ ਅਪਵਿੱਤਰ ਹੋਣਾ ਹੈ। ਹੁਣ ਤੇ ਇਹਨੂੰ ਪੂਰਾ ਰੁਮਾਲੇ ਨੂੰ ਹੀ ਮੱਥਾ ਟੇਕਦੇ ਹਾਂ, ਕਿਉਂਕਿ ਗੁਰੂ ਸਾਹਿਬ ਦੇ ਅੰਗਾਂ ਤੋਂ ਹੋ ਰਿਹਾ ਨਾ। ਤੇ ਜੇ ਸਾਡੇ ਤਨ ਨਾਲ ਲੱਗਦਾ ਫਿਰ ਇਹਨੇ ਅਪਵਿੱਤਰ ਹੋਣਾ ਹੈ। ਸਭ ਤੋਂ ਗੰਦਾ ਮਨੁੱਖ ਦਾ ਸਰੀਰ ਹੈ। ਤਨ ਸੁੱਚਾ ਸੋ ਆਖੀਏ, ਮਹਾਰਾਜ ਕਹਿੰਦੇ ਉਹ ਤਨ ਸੁੱਚਾ ਆਖੀਏ ਜਿਸ ਮੈਂ ਸਾਚਾ ਨਾਮ, ਜਿਹਦੇ 'ਚ ਸੱਚਾ ਨਾਮ ਦੇਖ ਜਾਂਦਾ ਹੈ। ਕਹਿੰਦੇ ਫਿਰ ਪ੍ਰੇਮ ਵਿੱਚ, ਸੱਚ ਵਿੱਚ ਦੇਹ ਦੀ ਗੱਲ ਸਰੀਰ ਉਹਦਾ ਲੱਗੀ ਜਾਂਦੀ ਹੈ। ਕਹਿੰਦੇ ਜੇ ਬਾਪੂ ਫਿਰ ਸੱਚੇ ਬੋਲ ਨਿਕਲਦੇ, ਜੇ ਅੰਦਰ ਸੱਚ ਜ਼ਬਾਨ ਵੀ ਸੱਚ ਕਹੇਗੀ, ਉਹ ਸੱਚੀ ਦੀ ਨਦਰ ਹੋ ਗਈ ਮਿਹਰ ਭਰੀ, ਮਨੁੱਖ ਨਿਹਾਲ ਹੋ ਜਾਂਦਾ ਹੈ। ਤਾਉ ਅਰਥ ਤਪਦਾ ਨਹੀਂ ਫਿਰ ਉਹ ਬੰਦਾ ਦੁਬਾਰਾ, ਤ੍ਰਿਸ਼ਨਾ ਦੀ ਅੱਗ ਨੂੰ ਸਾੜਦੀ ਨਹੀਂ। ਉਹ ਸੱਚ ਨੇ ਪਵਨ ਬਣਾਈ ਜੀ ਹਵਾ, ਕਹਿੰਦੇ ਹਵਾ ਤੋਂ ਫਿਰ ਜਲ ਬਣਿਆ, ਜਲ ਤੋਂ ਉਹਨੇ ਫਿਰ ਸ੍ਰਿਸ਼ਟੀ ਸਾਜੀ। ਆ ਜੋ ਜਿਉਂਦਾ ਹੈ ਨਾ ਉਹ ਜਲ ਕਰਕੇ, ਅਸੀਂ ਜਿਉਂਦੇ ਆ ਪਾਣੀ ਤੋਂ ਬਗੈਰ ਮਰ ਜਾਣਾ। ਬਨਸਪਤੀ ਜੋ ਵੀ ਹੈ ਪਾਣੀ ਕਰਕੇ ਹੈ, ਜਲ ਤੇ ਤੇਰੇ ਭਵਨ ਸਾਧਿਆ। ਆ ਪਿਛਲੇ ਦਿਨਾਂ 'ਚ ਬੜਾ ਥੋੜ੍ਹਾ ਜਿਹਾ ਰੌਲਾ ਘਟਿਆ, ਕਹਿੰਦੇ ਜੀ 18 ਸਾਲਾਂ ਦਾ ਪਾਣੀ ਰਹਿ ਗਿਆ, 17 ਸਾਲਾਂ ਦਾ ਰਹਿ ਗਿਆ। ਉਹ ਆਹ ਰੱਬ ਨੇ ਮੀਂਹ ਪਾਇਆ, ਸਾਰਿਆਂ ਨੂੰ ਸ਼ਾਂਤ ਕਰਦੇ ਤਾਂ ਹੁਣ ਪਾਣੀ ਸਾਂਭਿਆ ਨਹੀਂ ਜਾਂਦਾ ਕਿਸੇ। ਇਹ ਕੁਦਰਤ ਹੈ, ਰੱਬ ਦੀ ਕੋਈ ਖਤਮ ਨਹੀਂ ਇਹਨੂੰ ਕਰ ਸਕਦਾ। ਚਲੋ ਵੱਖਰੀ ਗੱਲ ਹੈ, ਸਾਨੂੰ ਲੋੜ ਅਨੁਸਾਰ ਹੀ ਚੀਜ਼ ਵਰਤਣੀ ਚਾਹੀਦੀ ਹੈ। ਮਰਦ ਕਹਿੰਦੇ ਜਲ ਤੋਂ ਹੀ ਉਹਨੇ 3 ਭਵਨਾਂ ਦੀ ਸਾਜਨਾ ਕਰ ਦਿੱਤੀ ਜੀ। ਉਹਦੇ ਘੱਟ ਦੇ ਅੰਦਰ ਉਹਦੀ ਜੋਤ ਸਮਾਈ ਹੋਈ ਹੈ। ਕਹਿੰਦੇ ਨਿਰਮਲ ਮੈਲਾ ਨਹੀਂ ਹੈ। ਜਿਹੜੇ ਸ਼ਬਦ ਨਾਲ ਰੰਗੇ ਜਾਂਦੇ ਉਹਨਾਂ ਦਾ ਸਤਿਕਾਰ, ਉਹਨਾਂ ਦੀ ਇੱਜ਼ਤ, ਉਹਨਾਂ ਦਾ ਮਾਣ ਹੁੰਦਾ ਹੈ। ਜਦੋਂ ਇਹ ਮਨ ਸੱਚ ਨਾਲ ਜੁੜ ਕੇ ਸੰਤੋਖ 'ਚ ਆ ਜਾਂਦਾ ਹੈ, ਕਹਿੰਦੇ ਫਿਰ ਉਹਦੇ ਉੱਤੇ ਗੁਰੂ ਔਰ ਰੱਬ ਮਿਹਰ ਭਰੀ ਨਜ਼ਰ ਕਰ ਦਿੰਦਾ ਹੈ। ਪੰਜ ਭੂਤ ਦਾ ਅਰਥ 5 ਤੱਤਾਂ ਤੋਂ ਸਾਡਾ ਸਰੀਰ ਬਣਿਆ। 5 ਭੂਤ ਦਾ ਅਰਥ ਸਾਰਾ ਸਰੀਰ ਹੈ। 5 ਭੂਤ
ਜੋਤ ਸੱਚ ਭੈਣ ਅਤੇ ਸਾਡਾ ਸਰੀਰ ਫਿਰ ਸੱਚ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ। ਜੋਤ ਸੱਚੀ ਮਨ ਉਹ ਮਾਰੇ ਸੱਚੀ ਜੋਤ ਮਨ ਦੇ ਵਿੱਚ ਵਸ ਜਾਂਦੀ ਹੈ। ਨਾਨਕ ਔਗਣ ਵਿਸਰੇ ਫਿਰ ਮਨੁੱਖ ਦੇ ਅੰਦਰੋਂ ਔਗਣ ਦੂਰ ਹੋ ਜਾਂਦੇ ਹਨ। ਗੁਰ ਰਾਖੇ ਪਦ ਤਾਰੇ ਉਹ ਉਸ ਜੀਵ ਨੂੰ ਰੱਖ ਲੈਂਦੇ, ਗੁਰੂ ਦੀ ਇੱਜ਼ਤ ਬਣਦੀ ਹੈ, ਲੋਕ ਵੀ ਚੰਗਾ ਕਹਿੰਦੇ, ਰੱਬ ਦੇ ਗੁਰੂ ਦੇ ਚਰਨਾਂ 'ਚ ਵੀ ਉਹ ਕੁਰਬਾਨ ਹੋ ਜਾਂਦੇ। ਭੁੱਲਾਂ ਚੁੱਕਾਂ ਦੀ ਖਿਮਾ ਜੀ ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਸ਼ਬਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੰਗਤ ਤੇ ਸਤਿਗੁਰੂ ਬਖਸ਼ ਦੀ ਬਖਸ਼ ਰਹਿਣਾ ਜੀ। ਇਹਨਾਂ ਸਥਾਨਾਂ ਦੀ ਸੇਵਾਕਾਰ ਸਿਰ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਦਰਬਾਰ ਹੈ ਕਿ ਚੱਲ ਰਹੀਆਂ ਸੇਵਾਵਾਂ 'ਚ ਹਿੱਸੇ ਪਾ ਕੇ ਗੁਰੂ ਸਾਹਿਬ ਦੀਆਂ ਪਿਛਲੀਆਂ ਸ਼ਬਦ ਦੀ ਪ੍ਰਾਪਤ ਕਰ ਸਕਦੇ ਹੋ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।